भगवंत मान लंबी ते फाजिलका पहुंचे किसानां दी मींह कारण खराब होण वाली फसल दा जायजा लिया। पीड़ित किसानां नाल भी मुलाकात कीती ते किसानां नूं मदद दा भरोसा दिता। लंबी च किसानां दी फसल ते भारी मार पई है। हज़ारां एकड़ नरमे ते झोने दी फसल खराब हो चुकी है। तबाही दे मंजर नूं इह तस्वीरां खुद बयान कर रहीआं ने ते इन्हां ही किसानां दी सार लैण दे लई सीएम भगवंत मान लंबी पहुंचे। इस दौरान सीएम मान ने हवाई सर्वे किया ते नाल ही अधिकारियों नूं आदेश भी जारी किए। फिर सीएम मान वरदे मींह दे विच जमीन ते उतरे ते लंबी हलके दे वख-वख पिंडां दा दौरा किया गया ते किसानां दी मींह दे कारण प्रभावित फसल दा जायजा लिया। पीड़ित किसानां दे नाल भी मुलाकात की। इस दौरान लंबी हलके तो आप विधायक गुरमीत खुड्डियां भी नाल मौजूद रहे ते सीएम मान ने किसानां नूं हर संभव मदद दा भरोसा दिता है। हुण ज्यों-ज्यों मेरे ध्यान च आई जाऊगा एमएलए साहब तुहाडे खड़े ने खुड्डियां साहब, ये ਚੱਪੇ ਤੋਂ ਜਾਣੂ ਨੇ ਇਹਨਾਂ ਪਿੰਡਾਂ ਦੇ ਇਸ ਇਲਾਕੇ ਦੇ। ਜਿਵੇਂ ਕਈ ਜਾਣਗੇ ਤੁਸੀਂ ਜੇ ਕੋਈ ਸਮੱਸਿਆ ਇਹਨਾਂ ਕੋਲ ਦੱਸੋ। ਕੋਈ ਵੀ ਲੋਕ ਪੱਖੀ ਕੰਮ ਹੈ ਹਜਾ ਮੈਂ ਇਹ ਨਹੀਂ ਦੇਖਦਾ ਤੁਸੀਂ ਵੋਟ ਕਿਹਨੂੰ ਪਾਈ ਹੈ। लंबी तो बाद सीएम मान फाजिलका पहुंचे ते मींह दी मार हेठ आई फसल दा जायजा लिया ते किसानां नूं भरोसा दिता है कि गिरदावरी करवा के खराब हुई फसल दा मुआवजा दिता जाएगा। इस दौरान सीएम मान पिछलियां सरकारां ते भी वरदे नजर आए ते नाल ही मुख्यमंत्री ने कहा कि प्रशासन नूं ढुकवें कदम चुकण दे सख्त आदेश दिते ने तां जो अगले साल अजिही बर्बादी दीयां तस्वीरां सामने ना आउण। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕੁਦਰਤੀ ਆਫਤ ਦੇ ਵਿੱਚ ਲੋਕਾਂ ਨੂੰ ਲਾਵਾਰਸ ਛੱਡ ਦਈਏ ਜਾਂ ਉਹਨਾਂ ਦੀ ਕਿਸਮਤ ਤੇ ਛੱਡ ਦਈਏ। ਕੁਦਰਤੀ ਆਫਤ ਦੇ ਵਿੱਚ ਦੇਣ ਵਾਲੇ ਫੰਡ ਵੀ ਹੁੰਦੇ ਨੇ ਮੁੱਖ ਮੰਤਰੀ ਕੋਲ। ਮੈਂ ਉਹਨਾਂ ਫੰਡਾਂ ਨੂੰ ਵਰਤੂੰਗਾ, ਗਰਦੌਰੀ ਕਰਵਾ ਕੇ ਮੁਆਵਜ਼ਾ ਮਿਲੂਗਾ ਔਰ ਉਹਨਾਂ ਨੂੰ ਹੀ ਮਿਲੂਗਾ ਜਿਹੜੇ ਖੇਤੀ ਕਰ ਰਹੇ ਨੇ। ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਹੀ ਮਿਲੂਗਾ, ਬਕਾਇਦਾ ਨਿਸ਼ਾਨਦੇਹੀ ਕਰਕੇ। ਜ਼ਿਕਰਯੋਗ ਹੈ ਕਿ लगातार ਪੈ ਰਹੇ ਮੀਂਹ ਦੇ ਕਾਰਨ ਲੰਬੀ ਤੇ ਫਾਜ਼ਿਲਕਾ 'ਚ ਕਿਸਾਨਾਂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਦੀ ਨਰਮੇ ਦੀ ਫਸਲ ਵੱਡੇ ਪੱਧਰ ਤੇ ਨੁਕਸਾਨੀ ਗਈ ਹੈ ਤੇ ਕਿਸਾਨ ਖਰਾਬ ਹੋਈ ਫਸਲ ਦੇ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਨੇ। ਲੰਬੀ ਤੋਂ ਅਸ਼ਫਾਕ ਢੁੱਡੀ ਤੇ ਫਾਜ਼ਿਲਕਾ ਤੋਂ ਪ੍ਰਦੀਪ ਕੁਮਾਰ ਦੇ ਨਾਲ ਸੁਰਿੰਦਰ ਗੋਇਲ, ਨਿਊਜ਼ 18 ਪੰਜਾਬ। ਝੋਨੇ ਦੇ ਸੀਜ਼ਨ 'ਚ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਬੋਨਸ ਮਿਲ ਸਕਦਾ ਹੈ। ਪੰਜਾਬ ਸਰਕਾਰ ਵੱਲੋਂ 2500 ਰੁਪਏ ਪ੍ਰਤੀ ਏਕੜ ਬੋਨਸ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ ਤੇ ਇਹ ਪ੍ਰਪੋਜ਼ਲ 에ਅਰ ਕੁਆਲਿਟੀ ਕਮਿਸ਼ਨ ਨੂੰ ਪ੍ਰਪੋਜ਼ਲ ਲਈ ਭੇਜ ਦਿੱਤਾ ਗਿਆ ਹੈ। ਝੋਨੇ ਦੀ ਪਰਾਲੀ ਅਤੇ ਪਰਾਲੀ ਤੋਂ ਹੁੰਦਾ ਪ੍ਰਦੂਸ਼ਣ ਹਮੇਸ਼ਾ ਹੀ ਪੰਜਾਬ ਅਤੇ ਦਿੱਲੀ ਲਈ ਵੱਡਾ ਮੁੱਦਾ ਬਣਿਆ ਰਿਹਾ ਹੈ। ਝੋਨੇ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਪੰਜਾਬ ਦੇ ਕਿਸਾਨਾਂ ਤੇ ਉਂਗਲਾਂ ਉੱਠਣ ਲੱਗਦੀਆਂ ਨੇ, ਜਿਸ ਕਾਰਨ ਦਿੱਲੀ ਅਤੇ ਪੰਜਾਬ ਦੇ ਕਿਸਾਨਾਂ ਵਿਚਾਲੇ ਅਕਸਰ ਵਿਵਾਦ ਚੱਲਦਾ ਰਹਿੰਦਾ ਹੈ। ਪਰ ਹੁਣ ਮਾਨ ਸਰਕਾਰ ਨੇ ਇਸ ਦਾ ਹੱਲ ਲੱਭਿਆ ਅਤੇ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਤਿਆਰੀ ਕਰ ਲਈ ਹੈ। ਪੰਜਾਬ ਸਰਕਾਰ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਤਿਆਰੀ 'ਚ। ਅਸੀਂ 에ਅਰ ਕੁਆਲਿਟੀ ਕਮਿਸ਼ਨ ਦੀ ਮਿਸਟਰ ਐਮ ਕੁੱਟੀ ਉੱਥੇ ਆਏ ਸੀ ਮੇਰੇ ਕੋਲੇ ਤੇ ਅਸੀਂ ਉਹਨਾਂ ਨੂੰ ਇਹੀ ਸੁਜੈਸਟ ਕੀਤਾ ਸੀਗਾ ਕਿ ਜਿਹੜੀ ਪਰਾਲੀ ਹੈ ਉਹਨੂੰ ਅੱਗ ਲਾਉਣ ਦਾ ਸਭ ਤੋਂ ਵੱਡਾ ਇੱਕ ਕਾਰਨ ਇਹ ਹੈ ਕਿ ਇੱਕ ਫਸਲ ਤੋਂ ਦੂਜੀ ਫਸਲ ਤੱਕ ਸਿਰਫ 10 ਦਿਨ ਮਿਲਦੇ ਨੇ ਬੜੀ ਮੁਸ਼ਕਲ ਨਾਲ। ਕਣਕ ਬੀਜਣੀ ਹੁੰਦੀ ਆ ਤਾਂ ਉਹ ਇੰਨੇ 10 ਦਿਨਾਂ 'ਚ ਉਹਨੂੰ ਕਿਧਰੇ ਇੱਧਰ ਉੱਧਰ ਨਹੀਂ ਕਰ ਸਕਦਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਤੇ ਪੰਜਾਬ ਦੀ ਸਹਿਮਤੀ ਤੋਂ ਬਾਅਦ ਕੇਂਦਰੀ 에ਅਰ ਕੁਆਲਿਟੀ ਕਮਿਸ਼ਨ ਨੂੰ ਇਸ ਦਾ ਪ੍ਰਪੋਜ਼ਲ ਵੀ ਭੇਜ ਦਿੱਤਾ ਹੈ, ਜਿਸ 'ਚ ਕੇਂਦਰ ਤੋਂ 1500 ਰੁਪਏ ਪ੍ਰਤੀ ਏਕੜ ਦੀ ਹਿੱਸੇਦਾਰੀ ਮੰਗੀ ਗਈ ਹੈ। तो 500 रुपया दिल्ली गवर्नमेंट देने ਨੂੰ ਤਿਆਰ ਪਰ ਏਕੜ ਸਰ ਸਾਹਮਣੇ 500 ਅਸੀਂ ਪਾ ਦਾਂਗੇ 1000 1500 ਅਸੀਂ ਸੈਂਟਰ ਤੋਂ ਮੰਗਿਆ ਜਿਨ੍ਹਾਂ ਕੋਲੇ ਬਹੁਤ ਸਾਰਾ ਫੰਡ ਪਿਆ। ਜੇ 2500 ਰੁਪਇਆ ਪਰ ਏਕੜ ਅਸੀਂ ਪੰਜਾਬ ਦੇ ਕਿਸਾਨ ਨੂੰ ਇਹ ਕਹਿ ਦਈਏ ਕਿ ਪਰਾਲੀ ਨੂੰ ਅੱਗ ਨਾ ਲਾਇਓ, ਇਹਨੂੰ ਇੱਕ ਪਾਸੇ ਰੱਖ ਲਓ ਤੇ ਅਸੀਂ 2500 ਰੁਪਏ ਏਕੜ ਤੁਹਾਨੂੰ ਦਿੰਨੇ ਆ। ਉਧਰ ਪੰਜਾਬ ਸਰਕਾਰ ਵੱਲੋਂ ਭੇਜੇ ਇਸ ਪ੍ਰਪੋਜ਼ਲ ਤੋਂ ਬਾਅਦ ਕਿਸਾਨ ਆਗੂਆਂ ਨੇ ਵੀ 2500 ਰੁਪਏ ਮੁਆਵਜ਼ੇ ਤੇ ਸਹਿਮਤੀ ਜਤਾਈ ਹੈ, ਪਰ ਉਹਨਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਮੁਆਵਜ਼ਾ ਰਾਸ਼ੀ ਪਹਿਲਾਂ ਹੀ ਉਹਨਾਂ ਦੇ ਖਾਤਿਆਂ 'ਚ ਪਾਈ ਜਾਵੇ। ਕੇਂਦਰ ਸਰਕਾਰ ਤੋਂ ਜਿਹੜੀ ਪਰਾਲੀ ਨਾ ਸਾੜਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ, ਉਹਨਾਂ ਨੇ ਕਿਹਾ ਵੀ 500 ਰੁਪਇਆ ਤਾਂ ਪੰਜਾਬ ਸਰਕਾਰ ਪਾਊ, 500
ਦਿੱਲੀ ਸਰਕਾਰ ਪਾਊ ਤੇ 1500 ਰੁਪਇਆ ਕੇਂਦਰ ਸਰਕਾਰ ਪਾਵੇ ਪ੍ਰਤੀ ਏਕੜ। ਅਸੀਂ ਸਹਿਮਤ ਹਾਂ, ਸਾਨੂੰ ਹੁਣੇ ਤੋਂ ਹੀ ਮੁਆਵਜ਼ੇ ਦਾ ਸਰਕਾਰ ਐਲਾਨ ਕਰੇ, ਪਰ ਇਸ ਤਰ੍ਹਾਂ ਦੇ ਐਲਾਨ ਨਾ ਕਰੇ ਜਿਵੇਂ ਮੂੰਗੀ ਤੇ ਐਲਾਨ ਕੀਤੇ ਨੇ। ਪਹਿਲਾਂ ਹੀ ਸਾਡੇ ਖਾਤਿਆਂ ਦੇ ਵਿੱਚ ਜਿਹੜੀ ਪੇਮੈਂਟ ਆ ਪਰ ਏਕੜ ਦੇ ਹਿਸਾਬ ਦੇ ਨਾਲ ਪਾਵੇ। ਅਸੀਂ ਕੋਈ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ, ਨਾ ਹੀ ਅਸੀਂ ਵਾਤਾਵਰਨ ਖਰਾਬ ਕਰਨਾ ਚਾਹੁੰਦੇ ਹਾਂ। ਦੱਸ ਦਈਏ ਕਿ ਇਸ ਪ੍ਰਪੋਜ਼ਲ ਮੁਤਾਬਕ 1500 ਰੁਪਏ ਪ੍ਰਤੀ ਏਕੜ ਕੇਂਦਰ ਸਰਕਾਰ, ਜਦਕਿ ਪੰਜਾਬ ਅਤੇ ਦਿੱਲੀ ਸਰਕਾਰਾਂ 5-500 ਰੁਪਏ ਦੀ ਹਿੱਸੇਦਾਰੀ ਪਾਉਣਗੀਆਂ ਅਤੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ 2500 ਰੁਪਏ ਪ੍ਰਤੀ ਏਕੜ ਅਦਾ ਕੀਤੇ ਜਾਣਗੇ। ਫਿਲਹਾਲ ਇਸ ਮਾਮਲੇ ਤੇ ਕੇਂਦਰ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਹੁਣ ਗੱਲ ਸ਼੍ਰੋਮਣੀ ਅਕਾਲੀ ਦਲ ਦੀ। ਅਕਾਲੀ ਦਲ ਨੇ ਪਾਰਟੀ ਦਾ ਢਾਂਚਾ ਭੰਗ ਕਰ ਦਿੱਤਾ ਹੈ। ਕੋਰ ਕਮੇਟੀ, ਵਰਕਿੰਗ ਕਮੇਟੀ ਦਾ ਢਾਂਚਾ ਵੀ ਭੰਗ ਕਰ ਦਿੱਤਾ ਗਿਆ। ਤਾਂ ਅੰਦਾਜ਼ੇ ਕਿ ਪਾਰਟੀ ਦੇ ਸਾਰੇ ਵਿੰਗ ਵੀ ਭੰਗ ਕਰ ਦਿੱਤੇ ਨੇ, ਯਾਨੀ ਕਿ ਜਥੇਬੰਦਕ ਢਾਂਚਾ ਜੋ ਹੈ ਭੰਗ ਕਰ ਦਿੱਤਾ ਗਿਆ ਹੈ। ਤਾਂ ਅੰਦਾਜ਼ੇ ਕਿ ਪਾਰਟੀ ਦੇ ਸਾਰੇ ਅਹੁਦੇਦਾਰ ਵੀ ਹਟਾ ਦਿੱਤੇ ਗਏ ਨੇ। ਦਰਅਸਲ ਚੁਣਦਾ ਕਮੇਟੀ ਦੀ ਸਿਫਾਰਿਸ਼ ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਸੁਖਬੀਰ ਬਾਦਲ ਪਰ ਬਣੇ ਰਹਿਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ। ਤਾਂ ਅੰਦਾਜ਼ ਦੀਏ ਕਿ ਅਕਾਲੀ ਦਲ ਨੇ ਪਾਰਟੀ ਦਾ ਢਾਂਚਾ ਭੰਗ ਕਰ ਦਿੱਤਾ ਹੈ, ਜਥੇਬੰਦਕ ਢਾਂਚੇ ਨੂੰ ਭੰਗ ਕਰ ਦਿੱਤਾ ਗਿਆ ਹੈ। ਕੋਰ ਕਮੇਟੀ, ਵਰਕਿੰਗ ਕਮੇਟੀ ਵੀ ਭੰਗ ਕਰ ਦਿੱਤੀ ਗਈ ਹੈ। ਪਾਰਟੀ ਦੇ ਸਾਰੇ ਵਿੰਗ ਭੰਗ ਕਰ ਦਿੱਤੇ ਗਏ ਨੇ। ਪਾਰਟੀ ਦੇ ਸਾਰੇ ਅਹੁਦੇਦਾਰਾਂ ਨੂੰ ਵੀ ਹਟਾ ਦਿੱਤਾ ਗਿਆ। ਦਰਅਸਲ 2022 ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੀ ਖਰਾਬ ਹਾਰ ਤੋਂ ਬਾਅਦ ਇੱਕ ਚੁਣਦਾ ਕਮੇਟੀ ਦਾ ਜੋ ਹੈ ਗਠਨ ਕੀਤਾ ਗਿਆ ਸੀਗਾ। ਜੋ ਚੁਣਦਾ ਕਮੇਟੀ ਹੈ ਉਸਨੇ 100 ਤੋਂ ਵੱਧ ਹਲਕਿਆਂ 'ਚ ਜਾ ਕੇ ਜੋ ਇੱਕ ਰਿਪੋਰਟ ਤਿਆਰ ਕੀਤੀ, ਵਰਕਿੰਗ ਜੋ ਗਰਾਊਂਡ ਲੈਵਲ ਤੇ ਵਰਕਰਾਂ ਨਾਲ ਮੀਟਿੰਗ ਕਰਕੇ ਕਿ ਪਾਰਟੀ ਦੀ ਕਰਾਰੀ ਹਾਰ ਦਾ ਕਾਰਨ ਕੀ ਹੈ। ਉਸ ਤੋਂ ਬਾਅਦ ਜੋ ਹੈ ਪਾਰਟੀ ਦੀ ਰਿਪੋਰਟ ਹੈ ਤੇ ਕੋਰ ਕਮੇਟੀ ਜੋ ਪਿਛਲੇ ਦਿਨੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੋਈ ਸੀ ਉਸ 'ਚ ਪੇਸ਼ ਕੀਤੀ ਗਈ ਸੀਗੀ ਤੇ ਉਸ ਤੇ ਇਸ ਕਮੇਟੀ ਦੀ ਜੋ ਹੈ ਰਿਪੋਰਟ ਨੂੰ ਵਿਚਾਰਿਆ ਗਿਆ ਸੀਗਾ। ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਚੁਣਦਾ ਕਮੇਟੀ ਦੀ ਸਿਫਾਰਿਸ਼ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਕਿ ਅਕਾਲੀ ਦਲ ਦੇ ਸਾਰੇ ਜਥੇਬੰਦਕ ਢਾਂਚੇ ਨੂੰ ਭੰਗ ਕਰ ਦਿੱਤਾ ਗਿਆ ਹੈ। ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਚੁਣਦਾ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਚੰਦੂਮਾਜਰਾ ਨੇ ਪਾਰਟੀ ਪ੍ਰਧਾਨ ਤੇ ਹੀ ਤੈਅ ਪ੍ਰਕਿਰਿਆ ਤੋੜਨ ਦੇ ਇਲਜ਼ਾਮ ਲਗਾਏ ਨੇ। ਉਹ ਜਿਹੜੀ ਜਦੋਂ ਰਿਪੋਰਟ ਆਈ ਉਹਨਾਂ ਨੇ ਰਿਪੋਰਟ ਸਾਡੇ ਜਿਹੜੇ ਕਨਵੀਨਰ ਸੀ ਭੁੰਦਰ ਸਾਹਿਬ ਉਹਨਾਂ ਨੂੰ ਦੇਤੀ ਤੇ ਉਹ ਰਿਪੋਰਟ ਅਸੀਂ ਤਾਂ ਪੜ੍ਹੀ ਨਹੀਂ ਅਜੇ, ਨਾ ਸਾਨੂੰ ਦਿੱਤੀ ਆ ਨਾ ਉਹਦੇ ਬਾਰੇ ਅਜੇ, ਕਿਉਂਕਿ ਅਜੇ ਆਈ ਨਹੀਂ ਸੀ, ਜਦ ਉਹਦੀ ਚਰਚਾ ਕੀ ਚੱਲਦੀ। ਜੋ ਪਾਰਟੀ ਚੋਂ ਫੀਡਬੈਕ ਮਿਲੀ ਆ ਉਹ ਸਾਰੀ ਫੀਡਬੈਕ ਹੂਬ ਟੂ ਹੂਬ, ਅਸੀਂ ਕੋਈ ਚੀਜ਼ ਲਕੋਈ ਨਹੀਂ ਹੈ। ਜਿਹੜੀਆਂ ਚੀਜ਼ਾਂ ਲੀਡਰਸ਼ਿਪ ਦੇ ਉਲਟ ਜਾਂਦੀਆਂ ਸੀ ਉਹ ਵੀ ਲਿਖੀਆਂ, ਜਿਹੜੀਆਂ ਹੱਕ ਚੀਜ਼ਾਂ ਨੂੰ ਅਸੀਂ ਪ੍ਰਚਾਰ ਨਹੀਂ ਕਰ ਸਕੇ ਉਹ ਵੀ ਲਿਖੀਆਂ। ਅਸੀਂ ਹਰ ਚੀਜ਼ ਇਸ ਰਿਪੋਰਟ ਵਿੱਚ ਵਰਣਨ ਕੀਤੀ ਹੈ ਔਰ ਪਾਰਟੀ ਨੇ ਬੜੇ ਖੁੱਲੇ ਮਨ ਨਾਲ ਮੰਨੀ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਬਣੀ ਇਕਬਾਲ ਝੁੰਦਾ ਕਮੇਟੀ ਦੀ ਰਿਪੋਰਟ ਚਰਚਾ ਬਣੀ ਹੋਈ ਹੈ। ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਕਹਿ ਰਹੇ ਨੇ ਕਿ ਸਮੀਖਿਆ ਕਮੇਟੀ ਵਿੱਚ ਰਿਪੋਰਟ ਨਹੀਂ ਰੱਖੀ ਗਈ, ਨਾ ਹੀ ਦਿੱਤੀ ਗਈ। ਪ੍ਰੋਸੈਸ ਤੋੜਿਆ ਗਿਆ, ਇਸ ਤੋਂ ਸ਼ੰਕੇ ਖੜੇ ਹੁੰਦੇ ਨੇ। ਸਾਂਝੀ ਰਾਏ ਨਹੀਂ ਲਈ ਗਈ। ਝੁੰਦਾ ਕਹਿ ਰਹੇ ਨੇ ਕਿ ਸਭ ਦੀ ਸਾਂਝੀ ਰਾਏ ਲਈ ਗਈ ਹੈ। ਆਖਰ ਸੱਚ ਕੌਣ ਬੋਲ ਰਿਹਾ ਹੈ? ਚੰਦੂਮਾਜਰਾ ਨੇ ਇਸ ਪ੍ਰੋਸੈਸ ਨੂੰ ਤੋੜਨ ਦੀ ਜ਼ਿੰਮੇਵਾਰੀ ਵੀ ਪ੍ਰਧਾਨ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਸਿਰ ਮੜੀ ਹੈ। ਨਹੀਂ, ਇਹ ਤਾਂ ਪਾਰਟੀ ਦੇ ਵਿੱਚ ਮੈਂ ਸਮਝਦਾ ਸਿੱਧੇ ਹੀ ਕੋਰ ਕਮੇਟੀ 'ਚ ਰੱਖਤੀ ਨਾ। ਇਹਦਾ ਜ਼ਿੰਮੇਵਾਰੀ ਤਾਂ ਹੁਣ ਸਮਝੋ ਜੇ ਇਸ ਸਿਸਟਮ ਨੂੰ ਬਚਾਉਣਾ ਜਾਂ ਕਾਇਮ ਰੱਖਣਾ ਪਾਰਟੀ ਦੇ ਪ੍ਰਧਾਨ ਦੀ ਡਿਊਟੀ ਹੁੰਦੀ ਹੈ ਨਾ। ਪਾਰਟੀ ਤੋਂ ਨਾਰਾਜ਼ ਵਿਖਾਈ ਦੇ ਰਹੇ ਚੰਦੂਮਾਜਰਾ ਪਾਰਟੀ ਦੇ ਪ੍ਰਧਾਨ ਨੂੰ ਲੈ ਕੇ ਵੀ ਬੋਲੇ ਨੇ। ਜਿੱਥੇ ਅਕਾਲੀ ਦਲ ਨੇ ਦਾਅਵਾ ਕੀਤਾ ਕਿ ਰਿਪੋਰਟ ਦੇ ਵਿੱਚ ਪ੍ਰਧਾਨ ਨੂੰ ਬਦਲਣ ਦੀ ਕੋਈ ਸਿਫਾਰਿਸ਼ ਨਹੀਂ, ਉੱਥੇ ਚੰਦੂਮਾਜਰਾ ਨੇ ਇਸ ਤੇ ਸਾਂਝੀ ਰਾਏ ਰੱਖਣ ਦੀ ਗੱਲ ਕਹੀ। ਉਹ ਸਾਰੀਆਂ ਜੁਨੈਨੀ ਮਸਲੇ ਆਪਣੀ ਰਿਪੋਰਟ 'ਚ ਇਹਨਾਂ ਨੇ ਦਿੱਤੀਆਂ ਨੇ। ਉਹ ਰਿਪੋਰਟ ਦੀ ਤੇ ਇਹਨਾਂ ਦੀ ਅਸੀਂ ਸਾਰਿਆਂ ਦੀ ਸ਼ਲਾਘਾ ਕਰਦੇ ਹਾਂ ਕੋਰ ਕਮੇਟੀ ਵੱਲੋਂ, ਕਿਉਂਕਿ ਉਹ 'ਚ ਬਹੁਤ ਅੱਛੇ ਸੁਝਾਅ ਪਾਰਟੀ ਨੂੰ ਅੱਗੇ ਲਿਜਾਣ ਵਾਸਤੇ ਆਏ ਨੇ ਔਰ ਜੋ ਕਿਤੇ ਕਮੀ ਪੇਸ਼ੀ ਰਹੀ ਪਾਰਟੀ ਤੋਂ ਕੰਮ ਕਰਦਿਆਂ ਤਾਂ ਉਹ ਕਮੀਆਂ ਪੇਸ਼ੇ ਵੀ ਆਈਆਂ ਨੇ। ਹੁਣ ਜੇ ਮੈਂ ਕੋਈ ਆਪਣੀ ਰਾਏ ਦੇਵਾਂ, ਹੋ ਸਕਦਾ ਮੇਰੀ ਰਾਏ ਗਲਤ ਵੀ ਹੋ ਸਕਦੀ ਹੈ ਤੇ ਤੁਸੀਂ ਰਾਏ ਦਿਓ, ਇਹ ਰਾਏ ਦੇਣ, ਕੋਈ ਸਾਂਝੀ ਰਾਏ ਜਿਹੜੀ ਹੁੰਦੀ ਆ ਉਹ ਜ਼ਿਆਦਾ ਅਸਰ ਰੱਖਦੀ ਹੈ। ਠੀਕ ਆ ਨਾ। ਇਹੀ ਨਹੀਂ, ਪਾਰਟੀ ਲੀਡਰਸ਼ਿਪ ਤੇ ਸਵਾਲ ਖੜੇ ਕਰ ਚੁੱਕੇ ਮਨਪ੍ਰੀਤ ਆਲੀ ਦੇ ਵੀ ਚੰਦੂਮਾਜਰਾ ਨਾਲ ਖੜਦੇ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਸਭ ਨੂੰ ਰਾਏ ਦੇਣ ਦਾ ਹੱਕ ਹੈ, ਰਾਏ ਸਹੀ ਗਲਤ ਹੋਣ ਤੇ ਚਰਚਾ ਹੋ ਸਕਦੀ ਹੈ। ਮਨਪ੍ਰੀਤ ਆਲੀ ਦਾ ਇਨਡਿਸਪਲਿਨ ਲੱਗਦਾ ਤੁਹਾਨੂੰ? ਇਨਡਿਸਪਲਿਨ ਲੱਗਦਾ ਮਨਪ੍ਰੀਤ ਆਲੀ ਦਾ? ਰਾਏ ਦੇਣਾ ਕੋਈ ਡਿਸਪਲਿਨ ਹੁੰਦਾ? ਕੁੱਲ ਮਿਲਾ ਕੇ ਅਕਾਲੀ ਦਲ ਦੇ ਲਈ ਭਵਿੱਖ ਦਾ ਰਾਹ ਇੰਨਾ ਸੌਖਾ ਨਹੀਂ। ਪਾਰਟੀ ਵਿੱਚ ਹੁਣ ਬਗਾਵਤ ਦੀ ਬੋ ਆਉਣ ਲੱਗੀ ਹੈ। ਚੰਡੀਗੜ੍ਹ ਤੋਂ ਅਮਨ ਭਾਰਦਵਾਜ ਦੀ ਰਿਪੋਰਟ, ਨਿਊਜ਼ 18 ਪੰਜਾਬ।
ਹੁਣ ਗੱਲ ਪ੍ਰੇਮ ਸਿੰਘ ਚੰਦੂਮਾਜਰਾ ਦੀ। ਚੰਦੂਮਾਜਰਾ ਨੂੰ ਮਿਲੇ ਨੇ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ। ਨਾਰਾਜ਼ਗੀ ਦੀਆਂ ਖਬਰਾਂ ਵਿਚਾਲਿਆ ਮੁਲਾਕਾਤ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਚੰਦੂਮਾਜਰਾ ਦੀ ਪਟਿਆਲਾ ਰਿਹਾਇਸ਼ ਤੇ ਮੁਲਾਕਾਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਪਟਿਆਲਾ ਰਿਹਾਇਸ਼ ਤੇ ਚੰਦੂਮਾਜਰਾ ਨੂੰ ਮਿਲਣ ਪਹੁੰਚੇ ਤੇ ਤੁਹਾਨੂੰ ਦੱਸ ਦਈਏ ਕਿ ਚੰਦੂਮਾਜਰਾ ਨੇ ਝੁੰਦਾ ਕਮੇਟੀ ਰਿਪੋਰਟ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਸੀ। ਰਿਪੋਰਟ ਨੂੰ ਸਿੱਧਾ ਕੋਰ ਕਮੇਟੀ ਰੱਖਣ ਦੇ ਸਵਾਲ ਚੁੱਕੇ ਗਏ ਸਨ। ਦਰਅਸਲ ਜੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਉਹਨਾਂ ਨੇ ਸਵਾਲ ਚੁੱਕੇ ਗਏ ਸੀਗੇ ਕਿ ਝੁੰਦਾ ਕਮੇਟੀ ਨੂੰ ਡਾਇਰੈਕਟ ਹੀ ਕੋਰ ਕਮੇਟੀ ਦੀ ਬੈਠਕ 'ਚ ਕਿਉਂ ਪੇਸ਼ ਕੀਤਾ ਗਿਆ। ਉਸ ਤੋਂ ਪਹਿਲਾਂ ਸਮੀਖਿਆ ਕਮੇਟੀ ਦੇ ਸਾਹਮਣੇ ਉਸ ਨੂੰ ਰੱਖਿਆ ਜਾਣਾ ਚਾਹੀਦਾ ਸੀਗਾ, ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਸੀਗਾ। ਉਸ ਤੋਂ ਬਾਅਦ ਜੋ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਹੈ ਉਸ ਦੇ ਵਿਚਾਲੇ ਇਸ ਰਿਪੋਰਟ ਨੂੰ ਰੱਖਿਆ ਜਾਣਾ ਚਾਹੀਦਾ ਸੀਗਾ। ਤੇ ਕਿਤੇ ਨਾ ਕਿਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀਗੀ। ਉਹਨਾਂ ਨੇ ਕਿਹਾ ਸੀਗਾ ਕਿ ਜੋ ਪਾਰਟੀ ਪ੍ਰਧਾਨ ਨੇ ਉਹਨਾਂ ਨੇ ਹੀ ਜੋ ਹੈ ਪ੍ਰੋਟੋਕਾਲ ਤੋੜਿਆ ਹੈ ਤੇ ਇਸ ਤਹਿਤ ਪ੍ਰੇਮ ਸਿੰਘ ਚੰਦੂਮਾਜਰਾ ਜੋ ਨੇ ਨਾਰਾਜ਼ ਨਜ਼ਰ ਆਏ ਸੀਗੇ ਤੇ ਉਸ ਵਿਚਾਲੇ ਜੋ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਪਟਿਆਲਾ ਉਹਦੇ ਰਿਹਾਇਸ਼ ਤੇ ਪਹੁੰਚ ਗਏ ਤੇ ਉੱਥੇ ਉਹਨਾਂ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਹੁਣ ਖਬਰ ਰੋਪੜ ਤੋਂ। ਬਰਾਤੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਹੈ ਇੱਕ ਵੱਡਾ ਹਾਦਸਾ। ਤਾਂ ਅੰਦਾਜ਼ੇ ਕਿ ਰੋਪੜ ਦੇ ਮੋਰਿੰਡਾ 'ਚ ਰੇਲਵੇ ਅੰਡਰ ਬ੍ਰਿਜ ਹਾਦਸਾ ਵਾਪਰਿਆ ਹੈ। ਅੰਡਰ ਬ੍ਰਿਜ ਦੇ ਬੈਰੀਕੇਡ ਨਾਲ ਟਕਰਾਈ ਬੱਸ, ਬੈਲੈਂਸ ਵਿਗੜ ਗਿਆ ਤੇ ਬੈਲੈਂਸ ਟਕਰਾ ਗਈ, ਬੱਸ ਟਕਰਾ ਗਈ ਤੇ ਹਾਦਸੇ 'ਚ ਦਰਜਨ ਭਰ ਬਰਾਤੀ ਜ਼ਖਮੀ ਹੋਏ ਨੇ। ਰੋਪੜ ਤੋਂ ਵੱਡੀ ਖਬਰ ਆ ਰਹੀ ਹੈ। ਬਰਾਤੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਹੈ ਵੱਡਾ ਹਾਦਸਾ। ਤਾਂ ਅੰਦਾਜ਼ੇ ਕਿ ਰੋਪੜ ਦੇ ਮੋਰਿੰਡਾ 'ਚ ਰੇਲਵੇ ਅੰਡਰ ਬ੍ਰਿਜ 'ਚ ਵਾਪਰਿਆ ਹਾਦਸਾ। ਅੰਡਰ ਬ੍ਰਿਜ ਦੇ ਬੈਰੀਕੇਡ ਨਾਲ ਟਕਰਾ ਗਈ ਬੱਸ। ਦਰਅਸਲ ਜੋ ਬੈਲੈਂਸ ਵਿਗੜਿਆ ਉਸ ਤੋਂ ਬਾਅਦ ਬੱਸ ਟਕਰਾ ਗਈ ਅੰਡਰ ਬ੍ਰਿਜ ਦੇ ਨਾਲ ਤੇ ਹਾਦਸੇ 'ਚ ਦਰਜਨ ਭਰ ਬਰਾਤੀ ਜ਼ਖਮੀ ਹੋਏ ਨੇ। 2 ਲੋਕਾਂ ਨੂੰ PGI ਵੀ ਰੈਫਰ ਕੀਤਾ ਗਿਆ ਹੈ। ਤੇ ਰੋਪੜ ਤੋਂ ਵੱਡੀ ਖਬਰ, ਬਰਾਤੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਹੈ ਹਾਦਸਾ ਜਿੱਥੇ ਜੋ ਨੇ ਦਰਜਨ ਭਰ ਬਰਾਤੀ ਜ਼ਖਮੀ ਹੋ ਗਏ ਨੇ ਤੇ 2 ਲੋਕਾਂ ਨੂੰ PGI ਵੀ ਰੈਫਰ ਕੀਤਾ ਗਿਆ ਹੈ। ਜਿਹੜੇ ਆਪਣਾ ਅੰਡਰ ਬ੍ਰਿਜ ਹੈ ਇਹਦੇ ਚੁੰਨੀ ਰੋਡ ਤੇ, ਮਰਿੰਡੇ ਤੋਂ ਚੁੰਨੀ ਰੋਡ ਤੇ ਇੱਥੇ ਇੱਕ ਬਰਾਤ ਆਈ ਹੋਈ ਸੀਗੀ ਅਮਲੋਹ ਤੋਂ ਮਰਿੰਡੇ। ਇਹ ਵਾਪਸ ਜਾ ਰਹੇ ਸੀਗੇ। ਕੁਝ ਵਿਅਕਤੀ ਜਿਹੜੇ ਸੀਗੇ ਬਰਾਤੀ ਬੱਸ ਦੇ ਉੱਪਰ ਚੜ੍ਹੇ ਹੋਏ ਸੀਗੇ। ਉਹਦੇ ਵਿੱਚੋਂ ਜਦੋਂ ਲੰਘਣ ਲੱਗੀ ਅੰਡਰ ਬ੍ਰਿਜ ਦੇ ਕੋਲੋਂ ਦੀ ਉਹਦਾ ਜਿਹੜਾ ਪਿੱਲਰ ਸੀਗਾ, ਪਿੱਲਰ ਦੇ ਨਾਲ ਉਹ ਲੜਕੇ ਸੀਗੇ ਜਿਹੜੇ ਉੱਪਰ ਬੈਠੇ ਉਹ ਟਕਰਾ ਗਏ ਤੇ ਨੀਚੇ ਡਿੱਗੇ ਤੇ ਨੀਚੇ ਡਿੱਗਣ ਕਰਕੇ ਕਰੀਬ 10 ਦੇ ਕਰੀਬ ਲੜਕਿਆਂ ਦੇ ਜਿਹੜੀ ਸੱਟਾਂ ਵੱਜੀਆਂ ਨੇ, ਬਰਾਤੀਆਂ ਦੇ 10 ਬਰਾਤੀਆਂ ਦੇ ਸੱਟਾਂ ਵੱਜੀਆਂ ਨੇ, ਜਿਨ੍ਹਾਂ ਦੇ ਵਿੱਚੋਂ 2 ਸੀਰੀਅਸ ਹੋਣ ਕਰਕੇ PGI ਰੈਫਰ ਕਰ ਦਿੱਤੇ ਗਏ ਨੇ। ਬਾਕੀਆਂ ਨੂੰ ਇੱਥੇ ਟ੍ਰੀਟਮੈਂਟ ਕਰਕੇ ਡਾਕਟਰ ਸਾਹਿਬ ਨੇ ਹਸਪੀਟਲ ਮਰਿੰਡੇ ਤੋਂ ਤੇ ਉਹਨਾਂ ਨੂੰ ਦਵਾਈ ਦੇ ਕੇ। ਹੋਰ ਜਾਣਕਾਰੀ ਸਾਡੇ ਨਾਲ ਸਾਡੇ ਸਹਿਯੋਗੀ ਅਵਤਾਰ ਕੰਬੋਜ ਮੌਜੂਦ ਨੇ। ਅਵਤਾਰ, ਕਿਵੇਂ ਤੇ ਕਿੱਦਾਂ ਹਾਦਸਾ ਵਾਪਰਿਆ, ਪੂਰੀ ਜਾਣਕਾਰੀ ਚਾਹਾਂਗੇ। ਜੀ ਬਿਲਕੁਲ, ਇਹ ਖੰਨੇ ਤੋਂ ਬਰਾਤ ਆਈ ਸੀ ਮੁਰਿੰਡੇ ਦੇ ਵਿੱਚ ਤੇ ਵਿਆਹ ਤੋਂ ਬਾਅਦ ਜਦੋਂ ਬੀਤੀ ਰਾਤ ਇਹ ਲੇਟ ਹੋ ਗਏ ਸੀ ਵਾਪਸ ਜਾਂਦੇ ਹੋਏ ਤੇ ਜਦੋਂ ਵਾਪਸੀ ਦੇ ਵਿੱਚ ਇਹ ਆਪਣੇ ਖੰਨੇ ਨੂੰ ਬਰਾਤ ਜਦੋਂ ਰਵਾਨਾ ਹੋਈ ਬੱਸ ਦੇ ਵਿੱਚ, ਕਿਉਂਕਿ ਸਵਾਰੀਆਂ ਜੋ ਬਰਾਤੀ ਸੀ ਉਹ ਬੱਸ ਦੇ ਵਿੱਚ ਆਏ ਸੀ, ਤਾਂ ਵਾਪਸੀ ਦੇ ਸਮੇਂ ਕੁਝ ਬਰਾਤੀ ਨੇ ਜੋ ਨੌਜਵਾਨ ਮੁੰਡੇ ਨੇ ਉਹ ਬੱਸ ਦੀ ਛੱਤ ਦੇ ਉੱਪਰ ਚੜ ਜਾਂਦੇ ਨੇ ਤੇ ਜਦੋਂ ਬੱਸ ਰਵਾਨਾ ਹੁੰਦੀ ਹੈ ਮੁਰਿੰਡੇ ਤੋਂ ਚੁੰਨੀ ਰੋਡ ਦੇ ਉੱਤੇ ਜਦੋਂ ਐਂਟਰੀ ਕਰਦੇ ਨੇ ਤਾਂ ਉੱਥੇ ਰੇਲਵੇ ਅੰਡਰ ਬ੍ਰਿਜ ਹੈਗਾ। ਰੇਲਵੇ ਅੰਡਰ ਬ੍ਰਿਜ ਦੇ ਬਿਲਕੁਲ ਬਾਹਰ ਬੈਰੀਕੇਡ ਲਗਾਇਆ ਹੋਇਆ ਤਾਂ ਕਿ ਕੋਈ ਬਹੁਤਾ ਉੱਚਾ ਵਾਹਨ ਉਸ ਅੰਡਰ ਬ੍ਰਿਜ ਦੇ ਵਿੱਚ ਐਂਟਰ ਨਾ ਕਰ ਸਕੇ। ਤਾਂ ਇਹ ਬਰਾਤੀ ਨੌਜਵਾਨ ਸੀ ਜੋ ਬਰਾਤ ਦੇ ਜੋ ਬੱਸ ਦੇ ਉੱਤੇ ਬੈਠੇ ਸਨ ਤੇ ਜਦੋਂ ਅੰਡਰ ਬ੍ਰਿਜ ਦੇ ਕੋਲ ਬੱਸ ਪਹੁੰਚਦੀ ਤਾਂ ਉੱਥੇ ਜੋ ਲੱਗਿਆ ਬੈਰੀਕੇਡ ਲੱਗਿਆ ਹੁੰਦਾ, ਉਸ ਬੈਰੀਕੇਡ ਦੇ ਨਾਲ ਟਕਰਾ ਕੇ ਇਹ 12 ਦੇ ਲਗਭਗ ਜੋ ਬਰਾਤੀ ਨੇ ਉਹ ਬੱਸ ਤੋਂ ਹੇਠਾਂ ਡਿੱਗ ਪੈਂਦੇ ਨੇ ਤੇ ਹਾਦਸਾ ਹੁੰਦਾ ਹੈ। ਤਾਂ ਇਸ ਤੋਂ ਬਾਅਦ ਇਹਨਾਂ ਨੂੰ ਮੁਰਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਇਆ ਜਾਂਦਾ ਤੇ ਉੱਥੋਂ 2 ਦੀ ਹਾਲਤ ਥੋੜੀ ਜ਼ਿਆਦਾ ਗੰਭੀਰ ਸੀ, ਉਹਨਾਂ ਨੂੰ PGI ਰੈਫਰ ਕਰ ਦਿੱਤਾ ਤੇ ਬਾਕੀਆਂ ਦਾ ਮੁੱਢਲਾ ਜੋ ਇਲਾਜ ਹੈਗਾ ਉਹ ਮੁਰਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਕਰਕੇ ਉਹਨਾਂ ਨੂੰ ਰਵਾਨਾ ਕੀਤਾ ਜਾ ਰਿਹਾ ਹੈ। ਜੀ ਅਵਤਾਰ, ਜੋ 2 ਲੋਕ PGI ਰੈਫਰ ਕੀਤੇ ਗਏ ਨੇ ਉਹਨਾਂ ਦੀ ਹਾਲਤ ਕਿਵੇਂ ਹੁਣ? ਜੀ ਬਿਲਕੁਲ ਫਿਲਹਾਲ ਉਹਨਾਂ ਦੀ ਹਾਲਤ ਸਥਿਰ ਹੈਗੀ ਹੈ ਤੇ ਅੱਜ ਹੁਣ ਕਿਉਂਕਿ ਹੁਣ ਜਦੋਂ ਸਵੇਰੇ 9-10 ਵਜੇ ਦੇ ਕਰੀਬ ਜਦੋਂ ਡਾਕਟਰ ਸਾਹਿਬ ਨਵੇਂ ਡਿਊਟੀ ਤੇ ਉੱਪਰ ਆਉਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਮੈਡੀਕਲ ਜੋ ਹਾਲਤ ਹੈ ਉਸਦੀ ਦੇਖ ਕੇ ਜੋ ਵੀ ਸਥਿਤੀ ਹੋਏਗੀ ਉਹਦੇ ਬਾਰੇ ਉਹ ਦੱਸਣਗੇ। ਜੀ ਬਹੁਤ ਧੰਨਵਾਦ ਅਵਤਾਰ ਸਾਨੂੰ ਪੂਰੀ ਜਾਣਕਾਰੀ ਦੇਣ ਲਈ। ਤੇ ਰੋਪੜ ਤੋਂ ਵੱਡੀ ਖਬਰ, ਬਰਾਤੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਹਾਦਸਾ। ਤਾਂ ਅੰਦਾਜ਼ੇ ਕਿ ਰੋਪੜ ਦੇ ਮੁਰਿੰਡਾ 'ਚ ਰੇਲਵੇ ਅੰਡਰ ਬ੍ਰਿਜ 'ਚ ਹਾਦਸਾ ਵਾਪਰਦਾ ਹੈ। ਅੰਡਰ ਬ੍ਰਿਜ ਦੇ ਬੈਰੀਕੇਡ ਨਾਲ ਟਕਰਾ ਜਾਂਦੀ ਹੈ ਬੱਸ ਤੇ ਹਾਦਸੇ 'ਚ ਦਰਜਨ ਭਰ ਬਰਾਤੀ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਤੇ 2 ਲੋਕਾਂ ਨੂੰ PGI ਵੀ ਰੈਫਰ ਕੀਤਾ ਗਿਆ ਹੈ। ਨਵੇਂ ਏਜੀ ਦੇ ਹੱਕ 'ਚ ਉਤਰੀ ਹੈ ਹੁਣ ਬਾਰ ਕੌਂਸਲ। ਤਾਂ ਅੰਦਾਜ਼ੇ ਕਿ ਸਵਾਲ ਚੁੱਕਣ ਦੀ ਗਲਤ ਪਰੰਪਰਾ ਬਣ ਚੁੱਕੀ ਹੈ। ਬਾਰ ਕੌਂਸਲ ਦਾ ਕਹਿਣਾ ਹੈ ਵਕੀਲਾਂ ਦਾ ਪੇਸ਼ਾ ਹੈ ਸਭ ਦਾ ਕੇਸ ਲੜਨਾ, ਵਕੀਲ ਦੀ ਡਾਕਟਰ ਦੀ ਤਰ੍ਹਾਂ ਕੰਮ ਕਰਦਾ ਹੈ। ਬਾਰ ਕੌਂਸਲ ਹੁਣ ਨਵੇਂ ਏਜੀ ਦੇ ਹੱਕ 'ਚ ਉਤਰ ਆਈ ਹੈ। ਤਾਂ ਅੰਦਾਜ਼ੇ ਕਿ
ਬਾਰ ਕੌਂਸਲ ਦਾ ਕਹਿਣਾ ਹੈ ਕਿ ਸਵਾਲ ਚੁੱਕਣ ਦੀ ਗਲਤ ਪਰੰਪਰਾ ਬਣ ਚੁੱਕੀ ਹੈ। ਵਕੀਲਾਂ ਦਾ ਪੇਸ਼ਾ ਹੈ ਸਭ ਦਾ ਕੇਸ ਲੜਨਾ। ਵਕੀਲ ਵੀ ਡਾਕਟਰ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਵਕੀਲਾਂ ਨੂੰ ਕਿਸੇ ਮੁਵੱਕਿਲ ਦੇ ਕਿਰਦਾਰ ਨਾਲ ਨਾ ਜੋੜਿਆ ਜਾਵੇ। ਬਾਰ ਕੌਂਸਲ ਨੇ ਕਾਨੂੰਨੀ ਕਾਰਵਾਈ ਦੀ ਵੀ ਚੇਤਾਵਨੀ ਦਿੱਤੀ ਹੈ। ਤਾਂ ਦੱਸ ਕਿ ਨਵੇਂ ਏਜੀ ਵਿਨੋਦ ਕਈ ਦੀ ਨਿਯੁਕਤੀ ਤੇ ਸਵਾਲ ਉੱਠ ਰਹੇ ਸਨ। ਡੇਰਾ ਸੱਚਾ ਸੌਦਾ ਦੇ ਕੇਸ ਲੜਨ ਕਰਕੇ ਉੱਠ ਰਹੇ ਸਨ ਸਵਾਲ। ਤਾਂ ਦੱਸ ਦਈਏ ਕਿ ਸਾਬਕਾ ਜੋ ਏਜੀ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਦੇ ਅਸਤੀਫੇ ਤੋਂ ਬਾਅਦ ਨਵੇਂ ਏਜੀ ਦੀ ਨਿਯੁਕਤੀ ਹੋਈ ਸੀ ਵਿਨੋਦ ਕਈ ਦੀ, ਤੇ ਉਸ ਨੂੰ ਲੈ ਕੇ ਜੋ ਹੈ ਸਿੱਖ ਜਥੇਬੰਦੀਆਂ ਤੇ ਵਿਰੋਧੀ ਧਿਰਾਂ ਨੇ ਸਵਾਲ ਚੁੱਕੇ ਸੀਗੇ ਤੇ ਉਸ ਤੇ ਹੁਣ ਬਾਰ ਕੌਂਸਲ ਨਵੇਂ ਏਜੀ ਦੇ ਹੱਕ ਚ ਉਤਰ ਆਈ। ਨਵੇਂ ਏਜੀ ਵਿਨੋਦ ਕਈ ਦੀ ਨਿਯੁਕਤੀ ਤੇ ਵਿਵਾਦ ਛਿੜ ਗਿਆ ਹੈ। ਤਾਂ ਅੰਦਾਜ਼ੇ ਕਿ ਅਕਾਲੀ ਦਲ ਨੇ ਕਈ ਦੀ ਨਿਯੁਕਤੀ ਤੇ ਸਵਾਲ ਚੁੱਕੇ ਨੇ। ਪੰਜਾਬ ਨੂੰ ਅਸਥਿਰ ਕਰਨ ਲਈ ਕੀਤੀ ਗਈ ਹੈ ਨਿਯੁਕਤੀ। ਅਕਾਲੀ ਦਲ ਦਾ ਕਹਿਣਾ ਹੈ ਆਪ ਨੇ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਅਕਾਲੀ ਦਲ ਵੱਡੇ ਇਲਜ਼ਾਮ ਲਗਾਉਂਦਾ ਨਜ਼ਰ ਆਇਆ ਹੈ ਪੰਜਾਬ ਸਰਕਾਰ ਤੇ। ਉਹਨਾਂ ਦਾ ਕਹਿਣਾ ਹੈ ਕਿ ਆਪ ਨੇ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਕਈ ਡੇਰਾ ਸੱਚਾ ਸੌਦਾ ਦਾ ਵਕੀਲ ਰਿਹਾ ਹੈ। ਅਕਾਲੀ ਦਲ ਦਾ ਕਹਿਣਾ ਹੈ ਨਾਲ ਹੀ ਏਜੀ ਸਰਕਾਰ ਦਾ ਦਬਾਅ ਬਚਾ ਕਰਨਗੇ ਜਾਂ ਡੇਰੇ ਦਾ। ਤਾਂ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਨਵੇਂ ਏਜੀ ਦੀ ਨਿਯੁਕਤੀ ਹੋਈ ਹੈ ਤੇ ਨਵੇਂ ਏਜੀ ਜੋ ਵਿਨੋਦ ਕਈ ਨੇ ਉਹ ਕਿਤੇ ਨਾ ਕਿਤੇ ਡੇਰਾ ਸੱਚਾ ਸੌਦਾ ਰਾਮ ਰਹੀਮ ਦੇ ਕੇਸਾਂ ਦੀ ਪੈਰਵੀ ਕਰਦੇ ਆਏ ਨੇ ਤੇ ਵਿਰੋਧੀਆਂ ਦਾ ਤਰਕ ਹੈ ਕਿ ਉਹ ਕਿਵੇਂ ਪੰਜਾਬ ਸਰਕਾਰ ਦੀ ਪੈਰਵੀ ਕਰਨਗੇ। ਪੰਜਾਬ ਦੇ ਐਡਵੋਕੇਟ ਜਨਰਲ ਨੇ ਬੀਤੇ ਦਿਨੀ ਅਸਤੀਫਾ ਦਿੱਤਾ ਤਾਂ ਆਮ ਆਦਮੀ ਪਾਰਟੀ 'ਚ ਆਪਸੀ ਫੁੱਟ ਦੀਆਂ ਅਫਵਾਹਾਂ ਉੱਡੀਆਂ, ਜਿਸ ਤੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੱਤਾ ਹੈ। ਸੀਐਮ ਮਾਨ ਨੇ ਨਵੇਂ ਏਜੀ ਦੇ ਨਾਮ ਨੂੰ ਲੈ ਕੇ ਉੱਠੇ ਵਿਵਾਦਾਂ ਨੂੰ ਵੀ ਵਿਰਾਮ ਲਾ ਦਿੱਤਾ ਹੈ। ਆਮ ਆਦਮੀ ਪਾਰਟੀ 'ਚ ਸਭ ਕੁਝ ਠੀਕ ਠਾਕ ਹੈ, ਸਾਰੇ ਇਕਮੁੱਠ ਨੇ ਅਤੇ ਵਿਰੋਧੀ ਧਿਰਾਂ ਪਾਰਟੀ ਦੇ ਦੇਸ਼ 'ਚ ਹੋ ਰਹੇ ਫੈਲਾਅ ਤੋਂ ਔਖੇ ਨੇ। ਜੀ ਹਾਂ, ਇਹ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ, ਜਿਹੜਾ ਉਹਨਾਂ ਆਪ ਦੀ ਸਿਆਸੀ ਫੁੱਟ ਬਾਰੇ ਉੱਠ ਰਹੀਆਂ ਅਫਵਾਹਾਂ ਨੂੰ ਲੈ ਕੇ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਵਿਰੋਧੀ ਧਿਰਾਂ ਜਾਣ ਕੇ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਬਿਲਕੁਲ ਵੀ ਕੋਈ ਵਿਵਾਦ ਨਹੀਂ, ਕੋਈ ਵਿਵਾਦ ਨਹੀਂ, ਨਾ। ਸੋ ਕਿਰਪਾ ਕਰਕੇ ਸੱਚਾਈ ਇਹ ਹੈ, ਆਮ ਆਦਮੀ ਪਾਰਟੀ ਇੱਕ ਪਰਿਵਾਰ ਹੈ ਔਰ ਪਰਿਵਾਰ ਵਾਂਗੂ ਰਹੂਗੀ ਔਰ ਆਮ ਆਦਮੀ ਪਾਰਟੀ ਪੂਰੇ ਦੇਸ਼ ਦੇ ਵਿੱਚ ਫੈਲ ਰਹੀ ਹੈ। ਉਧਰ ਸੀਐਮ ਮਾਨ ਨੇ ਪੰਜਾਬ ਦੇ ਨਵੇਂ ਏਜੀ ਨੂੰ ਲੈ ਕੇ ਉੱਠ ਰਹੇ ਵਿਵਾਦ ਤੇ ਪੂਰਨ ਵਿਰਾਮ ਲਾਇਆ ਹੈ। ਸੀਐਮ ਮਾਨ ਨੇ ਮੁੜ ਤੋਂ ਵਿਨੋਦ ਕਈ ਨੂੰ ਏਜੀ ਐਲਾਨਿਆ ਹੈ। ਹਾਲਾਂਕਿ ਵਿਰੋਧੀ ਲਗਾਤਾਰ ਨੋਟੀਫਿਕੇਸ਼ਨ ਨਾ ਜਾਰੀ ਹੋਣ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਸੀ। ਏਜੀ ਨੇ ਉਹ ਲਗਾ ਦਿੱਤੇ ਗਏ ਨੇ ਕਈ ਸਾਹਿਬ ਤੇ ਬਹੁਤ ਕਾਬਿਲ ਵਕੀਲ ਨੇ ਉਹ, ਤੇ ਪੰਜਾਬ ਸਰਕਾਰ ਦਾ ਜਿਹੜਾ ਪੱਖ ਹੈ ਉਹ ਧੜੱਲੇ ਨਾਲ ਉਹ ਕੋਰਟਾਂ ਦੇ ਵਿੱਚ ਰੱਖਣਗੇ। ਜਿਹੜੀ ਉਹਨਾਂ ਦੀ ਟੀਮ ਹੈ ਉਹ ਵੀ ਅਸੀਂ ਕੋਈ ਸਿਫਾਰਸ਼ੀ ਜਾਂ ਇੱਧਰੋਂ ਉੱਧਰੋਂ ਨਹੀਂ ਲਵਾਂਗੇ। ਜਿਹੜੀ ਉਹਨਾਂ ਦੀ ਟੀਮ ਹੈ ਉਹ ਵੀ ਇਸ ਤਰ੍ਹਾਂ ਦੀ ਹੋਵੇ ਤਾਂ ਕਿ ਸਾਨੂੰ ਕੋਈ ਮਹਿੰਗੀਆਂ ਫੀਸਾਂ ਵਾਲੇ ਵਕੀਲਾਂ ਨੂੰ ਇੱਧਰੋਂ ਉੱਧਰੋਂ ਬੁਲਾਉਣਾ ਨਾ ਪਵੇ। ਅਸਲ 'ਚ ਪੁਰਾਣੇ ਏਜੀ ਡਾਕਟਰ ਅਨਮੋਲ ਰਤਨ ਸਿੱਧੂ ਦੇ ਅਸਤੀਫਾ ਦੇਣ ਤੋਂ ਬਾਅਦ ਸੀਐਮ ਮਾਨ ਨੇ ਮੰਗਲਵਾਰ ਨੂੰ ਵਿਨੋਦ ਕਈ ਦੇ ਨਾਮ ਦਾ ਐਲਾਨ ਕੀਤਾ ਸੀ, ਪਰ ਅਧਿਕਾਰਿਕ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਹੋਈ ਸੀ ਅਤੇ ਨਾ ਹੀ ਕੋਈ ਨੋਟੀਫਿਕੇਸ਼ਨ ਆਇਆ ਸੀ, ਜਿਸ ਤੋਂ ਬਾਅਦ ਆਪ ਤੇ ਖਾਨਾ ਜੰਗੀ ਦੇ ਇਲਜ਼ਾਮ ਲੱਗਣ ਲੱਗੇ ਸੀ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ।